भी ਜਿਹੜਾ ਵੀ ਕੋਈ ਬੰਦਾ ਉਹਦੇ ਖਿਲਾਫ ਬੋਲਿਆ ਵਾ ਨਾ ਉਹ ਬਾਈ ਬਣ ਕੇ ਨਾ ਜਾਵੇ ਉੱਥੇ। ਸਾਨੂੰ ਉਹਨਾਂ ਵੀਰਾਂ ਦੀ ਉੱਥੇ ਲੋੜ ਨਹੀਂ ਹੈਗੀ ਜਿਹੜੇ ਬੰਦਿਆਂ ਨੇ ਕਿਤੇ ਦੀਪ ਦੇ ਖਿਲਾਫ ਜ਼ਹਿਰ ਉਗਲਿਆ। ਹੋ ਜੀ ਚੜ੍ਹਦੀ ਕਲਾ ਸਾਰੇ ਵੀ ਠੀਕ ਠਾਕ ਹੋ? ਹਾਂ ਬਾਬੇ ਉਹ ਕੁਝ ਗੱਲਾਂ ਆਪਾਂ ਕਰਨੀਆਂ ਚਾਹੁੰਦੇ ਸੀ ਤੁਹਾਡੇ ਨਾਲ, ਕਿਉਂਕਿ ਆਪਾਂ ਰਾਤੀ ਥੋੜਾ ਟਾਈਮ ਨਾ ਪੈ ਗਿਆ ਤੇ ਫੇਸਬੁੱਕ ਮੇਰੇ ਕੋਲੋਂ ਜ਼ਿਆਦਾ ਸਕਰੋਲ ਹੋਈ ਨਹੀਂ ਤੇ ਗੱਲਾਂ ਬਾਤਾਂ ਦੋ ਕੁ ਕਰਨੀਆਂ ਵੀਰ ਮੇਰੇ ਜਿਹੜੀਆਂ ਜ਼ਿਆਦਾ ਜ਼ਰੂਰੀ ਆ। ਆਪਣਾ ਹੁਣ ਮੈਂ ਵੇਖੀ ਆ ਇੱਕ ਦੋ ਖਬਰਾਂ ਵੇਖੀਆਂ ਵਾ ਤੇ ਇਹਨਾਂ ਦੇ ਉੱਤੇ ਗੱਲ ਕਰਨੀ ਬਹੁਤ ਜ਼ਰੂਰੀ ਆ। ਹੁਣ ਕੁਛ ਵੀਰ ਕੀ ਸਮਝਦੇ ਆ ਮੇਰੀ ਇਸ ਗੱਲ ਨੂੰ ਜਾਂ ਕਿਸ ਤਰੀਕੇ ਨਾਲ ਲੈਂਦੇ ਆ ਤੇ ਉਹ ਉਹਨਾਂ ਦੀ ਸੋਚ ਆ, ਪਰ ਜਿਹੜੀ ਸਾਡੀ ਸੋਚ ਆ ਮੈਂ ਉਹਦੇ ਹਿਸਾਬ ਦੇ ਨਾਲ ਗੱਲ ਕਰਨ ਲੱਗਾ। ਜ਼ਰੂਰੀ ਨਹੀਂ ਹੈਗਾ ਵੀ ਤੁਸੀਂ ਮੇਰੀ ਸੋਚ ਦੇ ਨਾਲ ਸਹਿਮਤ ਹੋ ਜਾਂ ਤਾਂ ਮੇਰੀਆਂ ਗੱਲਾਂ ਚੰਗੀਆਂ ਹੀ ਲੱਗਣ। ਗੱਲਬਾਤ ਇਦਾਂ ਦੀ ਆ ਵੀ ਬਾਈ ਜੀ ਨਾ ਤੇ ਆਪਾਂ ਦੀਪ ਦੇ ਕਿਸੇ ਵੀ ਹੋਣ ਵਾਲੇ ਆ ਕੰਮਾਂ ਦੇ ਵਿੱਚ ਕਿਸੇ ਦੀ ਮਦਦ ਮੰਗੀ ਆ, ਨਾ ਕਿਸੇ ਕੋਲੋਂ ਕਿਸੇ ਨੇ ਪੈਸਾ ਮੰਗਿਆ ਵਾ, ਨਾ ਪੈਸੇ ਦੀ ਲੋੜ ਵਾ। ਜੋ ਕੁਝ ਹੋ ਰਿਹਾ ਵਾ ਉਹ ਸੰਗਤ ਆਪ ਹੀ ਕਰ ਰਹੀ ਆ। ਜੇ ਅਸੀਂ ਇੰਨੀ ਗੱਲ ਕਹੀਏ ਕਿ ਸਾਡੇ ਵਿੱਚੋਂ ਕਿਸੇ ਨੇ ਪੈਸਾ ਲਾਇਆ ਵਾ ਤਾਂ ਸਾਡੇ ਵਿੱਚੋਂ ਵੀ ਅਜੇ ਤੱਕ ਕਿਸੇ ਨੇ 1 ਰੁਪਈਆ ਨਹੀਂ ਲਾਇਆ, ਨਾ ਸਾਡੀ ਟੀਮ ਨੇ ਨਾ ਸਾਡੇ ਉੱਥੇ ਜਿਹੜੇ ਬੰਦੇ ਬੈਠੇ ਆ ਉਹਨਾਂ ਨੇ। ਸਾਰੀ ਦੁਨੀਆ ਦੇ ਵਿੱਚ ਜੋ ਵੀ ਕਾਰਜ ਸੰਗਤ ਕਰ ਰਹੀ ਹੈ ਸਾਰੇ ਆਪਣੇ ਸਿਰੋਂ ਕਰ ਰਹੀ ਆ। ਜੋ ਉਹਦੇ ਅਰਦਾਸਾਂ ਕੀਤੀਆਂ ਵਾ ਉਹਦੇ ਕਾਲ ਚਲਾਣੇ ਤੇ ਜੋ ਕੁਝ ਉੱਥੇ ਹੋ ਰਿਹਾ ਸਾਰੀ ਕੌਮ ਆਪਣੇ ਕੋਲੋਂ ਲੱਗੀ ਹੈ ਕਰਨ, ਕਿਉਂਕਿ ਉਹਨੂੰ ਦੁਨੀਆ ਪਿਆਰ ਕਰਦੀ ਸੀ, ਦੁਨੀਆ ਪਿਆਰ ਕਰਦੀ ਹੈ, ਦੁਨੀਆ ਪਿਆਰ ਕਰਦੀ ਰਹੂਗੀ। ਹੁਣ ਗੱਲਬਾਤ ਏਦਾਂ ਵਾ ਵੀ ਪਿਛਲੇ ਕੁਝ ਸਮੇਂ ਤੋਂ ਨਾ ਜਦੋਂ ਦੀ ਦੀਪ ਦੀ ਮੌਤ ਹੋਈ ਹੈ ਤੇ ਉਹਦੀ ਡੈਥ ਤੋਂ ਬਾਅਦ ਬੜੇ ਜਣੇ ਨਾ ਇਹਨੂੰ ਕੈਸ਼ ਕਰਨ ਤੇ ਲੱਗੇ ਆ ਵੀ ਅਸੀਂ ਕਿਸੇ ਨਾ ਕਿਸੇ ਤਰ੍ਹਾਂ ਮਤਲਬ ਵੀ ਇਹਨੂੰ ਨਾ ਗੱਲ ਨੂੰ ਆਪ ਬੈਨੀਫਿਟ ਲੈ ਲਈਏ ਜਾਂ ਆਪ ਅਸੀਂ ਮਤਲਬ ਵੀ ਜਿਹੜਾ ਵਾ ਲੋਕਾਂ ਦੇ ਸਾਹਮਣੇ ਸਹੀ ਸਿੱਧ ਹੋ ਜਾਈਏ। ਪਹਿਲੀ ਤੇ ਗੱਲ ਆ ਵੀ ਅਸੀਂ ਇੰਨੀ ਕੁ ਬੇਨਤੀ ਕਰਨੇ ਆ ਵੀ ਜਿਹੜਾ ਵੀ ਕੋਈ ਬੰਦਾ ਉਹਦੇ ਖਿਲਾਫ ਬੋਲਿਆ ਵਾ ਨਾ ਉਹ ਬਾਈ ਬਣ ਕੇ ਨਾ ਜਾਵੇ ਉੱਥੇ। ਸਾਨੂੰ ਉਹਨਾਂ ਵੀਰਾਂ ਦੀ ਉੱਥੇ ਲੋੜ ਨਹੀਂ ਹੈਗੀ ਜਿਹੜੇ ਬੰਦਿਆਂ ਨੇ ਕਿਤੇ ਦੀਪ ਦੇ ਖਿਲਾਫ ਜ਼ਹਿਰ ਉਗਲਿਆ, ਕਿਉਂਕਿ ਮੈਨੂੰ ਨਹੀਂ ਲੱਗਦਾ ਵੀ ਜਦੋਂ ਕਿਸੇ ਦਾ ਆਪਾਂ ਇੰਨਾ ਡਟ ਕੇ ਵਿਰੋਧ ਕੀਤਾ ਹੋਵੇ ਤੇ ਉਹਦੇ ਫਿਊਨਰਲ ਤੇ ਜਾਂ ਉਹਦੇ ਕਿਸੇ ਅੰਤਮ ਕਿਰਿਆਵਾਂ ਦੇ ਉੱਤੇ ਜਿਹੜਾ ਵਾ ਮਤਲਬ ਜਾਣ ਦੀ ਆਪਣੀ ਜ਼ਮੀਰ ਇਜਾਜ਼ਤ ਦਿੰਦੀ ਆ। ਦੂਜੀ ਗੱਲ ਮੈਂ ਹੁਣ ਕਹਿਣੀ ਚਾਹੁੰਦਾ ਵਾਂ ਇੰਨੀ ਗੱਲ ਵੀ ਇਹ ਗੱਲਾਂ ਕਰਨ ਦਾ ਸਮਾਂ ਨਹੀਂ ਹੈਗਾ, ਪਰ ਅਸੀਂ ਇਹ ਵੀ ਨਹੀਂ ਚਾਹੁੰਦੇ ਕਿ ਦੀਪ ਦੀ ਡੈਥ ਨੂੰ ਤੁਸੀਂ ਆਪਣੇ ਪਰਸਨਲ ਜਿਹੜੇ ਆ ਉਹ ਬੈਨੀਫਿਟ ਲਈ ਯੂਜ਼ ਕਰੋ। ਗੱਲ ਏਦਾਂ ਵਾ ਬਾਈ ਜੀ ਵੀ ਨਾ ਤੇ ਸ਼੍ਰੋਮਣੀ ਕਮੇਟੀ ਨੂੰ ਕੁਝ ਕਿਹਾ ਵਾ ਪ੍ਰਬੰਧ ਕਰਨ ਨੂੰ ਤੇ ਨਾ ਆਪਾਂ ਕਿਸੇ ਹੋਰ ਸੰਸਥਾ ਨੂੰ ਕਿਹਾ ਵਾ ਤੇ ਸ਼੍ਰੋਮਣੀ ਕਮੇਟੀ ਨੂੰ ਤੇ ਖਾਲਸਾ ਏਡ ਨੂੰ ਤੇ ਬਿਲਕੁਲ ਨਹੀਂ ਕਿਹਾ। ਸੋ ਕਾਫੀ ਸਮੇਂ ਤੱਕ ਤੁਸੀਂ ਦੀਪ ਦਾ ਵਿਰੋਧ ਕਰਦੇ ਆਏ ਹੋ, ਉਹਦੇ ਖਿਲਾਫ ਤੁਹਾਡੇ ਪਰਿਵਾਰ ਦੇ ਵਿੱਚੋਂ ਹੀ ਕੁਝ ਬੰਦੇ ਬੋਲਦੇ ਆਏ ਆ ਤੇ ਹੁਣ ਤੁਸੀਂ ਜਦੋਂ ਉਹਦੀ ਅੱਜ ਡੈਥ ਹੋ ਗਈ ਆ ਤੇ ਉਹਦੀ ਡੈਥ ਦੇ ਉੱਤੇ ਤੁਸੀਂ ਆਪਣੇ ਆਪ ਨੂੰ ਇਹ ਸਾਬਤ ਕਰਨ ਲੱਗੇ ਹੋ ਵੀ ਅਸੀਂ ਉਹਦੇ ਬੜੇ ਤਗੜੇ ਖੈਰ ਖਵਾਏ। ਲਾਈਵ ਹੋਣ ਦਾ ਕਾਰਨ ਇਹ ਆ ਕਿ ਜਿੱਥੇ ਲੋੜ ਹੁੰਦੀ ਆ ਨਾ, ਜਿੱਥੇ ਲੋੜ ਹੁੰਦੀ ਆ ਉੱਥੇ ਤੁਸੀਂ ਪਹੁੰਚ ਨਹੀਂ ਕਰਦੇ। ਜਿੱਥੇ ਤੁਹਾਡੇ ਦਫ਼ਤਰਾਂ ਦੇ ਗੇਟਾਂ ਦੇ ਅੱਗੇ 4-4 5-5 ਦਿਨ ਜਿਹੜੇ ਪਰਿਵਾਰ ਲੋੜਵੰਦ ਆ ਉਹ ਖੱਜਲ ਹੋ ਕੇ ਆ ਜਾਂਦੇ ਆ, ਉਹਨਾਂ ਦੀ ਤੁਸੀਂ ਬਾਂਹ ਨਹੀਂ ਫੜਦੇ। ਜਿਨ੍ਹਾਂ ਦੇ ਪਰਿਵਾਰਾਂ ਨੂੰ ਲੋੜ ਆ ਉੱਥੇ ਤੁਸੀਂ ਕੋਈ ਕਾਰਜ ਨਹੀਂ ਕਰਦੇ ਤੇ ਇੱਥੇ ਤੁਹਾਡਾ 2-4-5 ਲੱਖ ਲਾਇਆ ਕੋਈ ਮਾਇਨੇ ਨਹੀਂ ਰੱਖਦਾ। ਸੋ ਇੱਥੇ ਜਿਹੜਾ 2-4-5 ਲੱਖ ਖਰਚਣਾ ਨਾ ਉਹ ਤੁਸੀਂ ਕਿਸੇ ਗਰੀਬ ਦੇ ਢਿੱਡ 'ਚ ਪਾ ਦਿਓ, ਉੱਥੇ ਕਿਸੇ ਗਰੀਬ ਦਾ ਇਲਾਜ ਕਰਾ ਦਿਓ, ਕਿਸੇ ਦਾ ਘਰ ਬਣਾ ਦਿਓ,
ਕਿਸੇ ਨੂੰ ਦਵਾਈ ਲੈ ਦਿਓ। ਇੱਥੇ ਇਹ ਕੰਮ ਨਾ ਕਰੋ। ਹੁਣ ਲੋੜ ਨਹੀਂ ਹੈਗੀ ਤੁਹਾਡੀ। ਜਦੋਂ ਤੁਹਾਨੂੰ ਕਿਹਾ ਜਾਊਗਾ ਨਾ ਕਿਤੇ, ਉਦੋਂ ਆ ਜਾਓ ਮੇਰੇ ਵੀਰ। ਇਸ ਵੇਲੇ ਤੁਹਾਡੀ ਕਿਸੇ ਵੀ ਬੰਦੇ ਨੂੰ ਲੋੜ ਨਹੀਂ ਗੀ। ਉਹ ਗੱਲ ਆ ਨਾ, ਫਿਰ ਇੱਥੇ ਮਤਲਬ ਵੀ ਤੁਸੀਂ ਪਕਵਾਨ ਪਾਉਣ ਵਾਲੀ ਮੂੰਹ ਦੇ ਵਿੱਚ ਗੱਲਬਾਤ ਕਰਨੀ ਹੈ ਵੀ ਅਸੀਂ ਉਹ ਕਰ ਦਿੱਤਾ, ਅਸੀਂ ਇਹ ਕਰ ਦਿੱਤਾ, ਅਸੀਂ ਲੰਗਰ ਲਾਤਾ। ਜਾਂ ਤੁਹਾਡੇ ਲੰਗਰ ਦੀ ਕਿਤੇ ਨਾ ਸ਼੍ਰੋਮਣੀ ਕਮੇਟੀ ਦੇ ਲੰਗਰ ਦੀ ਲੋੜ ਆ, ਨਾ ਖਾਲਸਾ ਏਡ ਦੇ ਲੰਗਰ ਦੀ ਲੋੜ ਆ, ਕਿਉਂਕਿ ਲੋਕਾਂ ਨੇ ਉਹਨੂੰ ਵਧਾਈ ਦੇਣ ਆਉਣਾ ਵਾ। ਠੀਕ ਆ ਜੀ। ਉੱਥੇ ਕੋਈ ਵਿਆਹ ਨਹੀਂ ਧਰਨਾ ਵੀ ਉੱਥੇ ਤੁਸੀਂ ਮਤਲਬ ਵੀ ਸਾਰਿਆਂ ਨੇ ਵੱਧ ਚੜ ਕੇ ਮਤਲਬ ਵੀ ਜਿਹੜੀ ਆ ਉਹ ਲੰਗਰ ਲਾਉਣੇ ਆ। ਉੱਥੇ ਦਾਲ ਫੁਲਕਾ ਚੱਲਣਾ ਦੀ ਲੋੜ ਹੈਗੀ ਆ, ਤੇ ਦਾਲ ਫੁਲਕਾ ਜਿਹੜਾ ਵਾ ਨਾ ਉਹ ਸੰਗਤ ਨੇ ਆਪੇ ਚਲਾ ਲੈਣਾ। 300 ਅਰਜ਼ੀਆਂ ਆਈਆਂ ਵਾ ਲੰਗਰ ਲਾਉਣ ਵਾਲਿਆਂ ਦੀਆਂ, ਤੇ ਜੇ ਲੰਗਰ ਲੋਕਾਂ ਨੇ ਮੇਰੇ ਹਿਸਾਬ ਦੇ ਨਾਲ ਲੰਗਰ ਲੋਕਾਂ ਨੇ ਪਿੰਡਾਂ ਤੋਂ ਵੀ ਲੈ ਆਉਣਾ, ਤੇ ਤੁਸੀਂ ਉਹ ਗੱਲ ਆ ਵੀ ਫਿਰ ਦੁਬਾਰਾ ਆਣ ਕੇ ਵਿੱਚ ਆਪਣਾ ਟੁੱਚਰ ਦੋਵੇਂ ਲੱਗੇ ਲਾਉਣ, ਸ਼੍ਰੋਮਣੀ ਕਮੇਟੀ ਵੀ ਤੇ ਖਾਲਸਾ ਏਡ ਵੀ। ਸੰਗਤ ਨੂੰ ਪਤਾ ਵਾ ਉੱਥੇ ਕੀ ਕਰਨਾ ਵਾ ਕੀ ਨਹੀਂ। ਹੁਣ ਮੇਰੀ ਪ੍ਰਬੰਧਕਾਂ ਨਾਲ ਗੱਲਬਾਤ ਨਹੀਂ ਹੋਣ ਡਈ। ਮੈਂ ਆਪਣੇ ਬੰਦਿਆਂ ਨੂੰ ਪਹਿਲਾਂ ਵੀ ਇੰਨੀ ਗੱਲ ਆਖੀ ਸੀ ਕਿ ਜੇ ਤੁਹਾਨੂੰ ਕਿਸੇ ਚੀਜ਼ ਦੀ ਲੋੜ ਪੈਂਦੀ ਹੈ ਤੇ ਦੱਸ ਦਿਓ, ਪਰ ਮੈਨੂੰ ਲੱਗਦਾ ਵੀ ਉੱਥੇ ਸੰਗਤ ਨੇ ਕਿਸੇ ਚੀਜ਼ ਦੀ ਲੋੜ ਨਹੀਂ ਪੈਣ ਦੇਣੀ। ਪਰ ਤੁਸੀਂ ਜਿਹੜਾ ਵਾ ਉਹ ਵਾਰ-ਵਾਰ ਬਸ ਮਤਲਬ ਵੀ ਹੁਣ ਘੁਸਰਨਾ ਵਾ ਵਿੱਚ ਵੀ ਕਿਸੇ ਤਰ੍ਹਾਂ ਨਾ ਅਸੀਂ ਨੰਬਰ ਬਣਾਉਣ ਤੋਂ ਪਿੱਛੇ ਨਾ ਰਹਿ ਜਾਈਏ। ਤੁਹਾਡੇ ਨੰਬਰਾਂ ਦੀ ਲੋੜ ਨਹੀਂ ਹੈਗੀ ਇੱਥੇ। ਤੁਸੀਂ ਹੁਣ ਉਹਦੇ ਨਾਂ ਨੂੰ ਨਾ ਵਰਤੋ। ਜਿਹੜੇ ਪੈਸੇ ਤੁਸੀਂ ਇੱਥੇ ਵਰਤਣੇ ਆ ਨਾ, ਉਹ ਪੈਸੇ ਤੁਸੀਂ ਕਿਸੇ ਗਰੀਬ ਦੀ ਲੋੜਵੰਦ ਦੀ ਮਦਦ ਕਰ ਦਿਓ। ਇੱਥੇ ਤੁਹਾਡੇ ਲੰਗਰ ਲਾਇਆਂ ਦਾ ਜ਼ੀਰੋ ਬੈਨੀਫਿਟ ਵਾ। ਕੋਈ ਫਾਇਦਾ ਨਹੀਂ ਹੈਗਾ ਧੱਕੇ ਨਾਲ ਹੀ ਲੋਕਾਂ ਨੂੰ ਖਵਾਉਣ ਦਾ। ਬਹੁਤੀ ਗੱਲਬਾਤ ਵਾ ਨਾ ਤੇ ਤੁਸੀਂ ਕਿਸੇ ਹੋਰ ਦੀ ਬਾਂਹ ਫੜ ਲਓ। ਇੱਥੇ ਤੁਸੀਂ ਆਣ ਕੇ ਸਿਰਫ ਆਪਣਾ ਨਾਂ ਚਮਕਾਉਣਾ ਚਾਹੁੰਦੇ ਹੋ। ਇਸ ਤੋਂ ਵੱਧ ਤੁਹਾਡਾ ਕੋਈ ਵੀ ਫਰਕ ਨਹੀਂ ਹੈਗਾ ਕੋਈ ਬਾਕੀਆਂ ਦੇ ਵਿੱਚ। ਤੇ ਤੁਸੀਂ ਜਿੱਦਾਂ ਬਾਕੀ ਲੱਗੇ ਆ ਹੁਣ ਕਰਨ ਵੀ ਦੀਪ ਸਾਡਾ ਵੀ, ਦੀਪ ਸਾਡਾ ਵੀ। ਅਸੀਂ ਸਾਰਿਆਂ ਦੇ ਲਾਈਵ ਵੇਖੇ ਆ, ਸਾਰਿਆਂ ਦੀ ਜ਼ੁਬਾਨ ਵੇਖੀ ਆ ਦੀਪ ਦੇ ਪ੍ਰਤੀ। ਠੀਕ ਹੈ ਨਾ। ਸੋ ਤੁਹਾਡੇ ਅੱਗੇ ਬੇਨਤੀ ਹੈ, ਸ਼੍ਰੋਮਣੀ ਕਮੇਟੀ ਅੱਗੇ ਬੇਨਤੀ ਆ, ਤੇ ਖਾਲਸਾ ਏਡ ਅੱਗੇ ਬੇਨਤੀ ਆ। ਤੁਹਾਡੀ ਲੋੜ ਨਹੀਂ ਹੈਗੀ। ਤੁਸੀਂ ਜੇ ਇੱਥੇ ਆਣ ਕੇ ਲੰਗਰ ਲਾਉਂਦੇ ਵੀ ਹੋ ਨਾ, ਤੇ ਸਾਡੀ ਨਿਗਾਹ ਦੇ ਵਿੱਚ ਉਹ ਤੁਹਾਡੇ ਵੱਲੋਂ ਕੀਤਾ ਗਿਆ ਮਤਲਬ ਵੀ ਇੱਕ ਬੇਲੋੜੀਂਦਾ ਕੰਮ ਹੋਊਗਾ। ਸ਼੍ਰੋਮਣੀ ਕਮੇਟੀ ਵਾਲਿਆਂ ਨੂੰ ਬੇਨਤੀ ਹੈ ਵੀ ਜਿੰਨੇ ਕੁ ਪੈਸੇ ਤੁਸੀਂ ਇੱਥੇ ਲਾਉਣੇ ਆ ਨਾ, ਉਹ ਪੈਸੇ ਤੁਸੀਂ ਆਪਣੇ ਜਿਹੜੇ ਗੁਰੂ ਰਾਮਦਾਸ ਹਸਪੀਟਲ ਦੇ ਵਿੱਚੋਂ ਜਿਹੜੇ ਮਰੀਜ਼ਾਂ ਨੂੰ ਧੱਕੇ ਮਾਰ ਕੇ ਬਾਹਰ ਕੱਢ ਦਿੰਦੇ ਹੋ ਨਾ, ਜਿਹੜੇ ਤੁਸੀਂ ਮਰੀਜ਼ਾਂ ਨੂੰ ਧੱਕੇ ਮਾਰ ਕੇ ਬਾਹਰ ਕੱਢ ਦਿੰਦੇ ਹੋ, ਪੈਸੇ ਨਹੀਂ ਹੁੰਦੇ ਜਦੋਂ, ਉਹਨਾਂ ਤੇ ਖਰਚ ਦਿਓ। ਤੇ ਖਾਲਸਾ ਏਡ ਵਾਲਿਓ, ਤੁਹਾਨੂੰ ਇਹ ਸਲਾਹ ਵਾ ਕਿ ਜਿਹੜੇ ਸ਼ਹੀਦਾਂ ਦੀਆਂ ਮਾਤਾਵਾਂ ਤੁਹਾਡੇ ਕੋਲੋਂ 2500 ਰੁਪਏ ਦੀ ਦਵਾਈ ਦੀ ਤਰਸਣ ਲੱਗੀਆਂ ਹੁੰਦੀਆਂ ਨਾ ਬਾਹਰ ਤੁਹਾਡੇ ਦਫ਼ਤਰਾਂ ਦੇ ਬਾਹਰ ਆਣ ਕੇ, ਤੇ ਜੇ ਤੁਸੀਂ ਇੱਥੇ 50-60 ਹਜ਼ਾਰ ਜਾਂ ਲੱਖ ਰੁਪਈਆ ਖਰਚਣਾ ਵਾ ਨਾ, ਤੇ ਉਹਨਾਂ ਨੂੰ 10-20 ਜਣੀਆਂ ਨੂੰ ਦਵਾਈ ਦੇ ਪੈਸੇ ਦੇ ਦਿਓ। ਠੀਕ ਹੈ ਨਾ। ਲੋੜ ਨਹੀਂ ਹੈਗੀ ਯਾਰ ਤੁਹਾਡੀ ਇੱਥੇ। ਹੁਣ ਤੁਸੀਂ ਧੱਕੇ ਨਾਲ ਹੀ ਘੁਸਣ ਲੱਗੇ ਹੋ ਬਸ। ਇਹ ਧੱਕੇ ਨਾਲ ਘੁਸਣ ਦੀ ਲੋੜ ਨਹੀਂ ਹੈਗੀ ਯਾਰ ਤੁਹਾਨੂੰ। ਹੁਣ ਸੰਗਤ ਸਾਰਾ ਕੁਝ ਲੱਗੀ ਹੈ ਕਰਨ, ਸਾਰਾ ਕੁਝ ਲੱਗੀ ਹੈ ਕਰਨ, ਤੇ ਸਾਰੇ ਹੋ ਜਾਣੇ ਆ। ਜਿਹੜੀਆਂ ਕੋਈ ਉਹਦੀਆਂ ਜੇ ਕੋਈ ਉਹਦੀਆਂ ਚੀਜ਼ਾਂ ਸਾਂਭਣੀਆਂ, ਜੇ ਕੁਝ ਕਰਨਾ, ਉਹ ਵੀ ਅਸੀਂ ਕਰ ਲੈਣਾ ਵਾ। ਜੇ ਅਸੀਂ ਬਾਹਰ ਹੋਰਾਂ ਵੀਰਾਂ ਦੇ ਉੱਤੇ ਜੇ ਅਸੀਂ ਖਰਚ ਸਕਦੇ ਹਾਂ, ਲਾ ਸਕਦੇ ਹਾਂ ਨਾ, ਤੇ ਇਹ ਸਾਡਾ ਭਰਾ ਹੀ ਤੇ ਉਹ ਸਾਡਾ ਹੀ, ਇਹ ਉਹਨਾਂ ਦਾ ਉਹ ਬਿਲਕੁਲ ਮਾਤਾ ਯਕੀਨ ਵੀ ਇਹ ਸਾਡਾ ਵੀ, ਦੀਪ ਸਾਡਾ ਵੀ ਯਾਰ। ਉਹ ਸਾਡਾ ਹੀ ਤੇ ਸਾਡਾ ਹੀ ਰਹਿਣਾ ਵਾ। ਤੁਸੀਂ ਰੋਟੀਆਂ ਸੇਕਣੀਆਂ ਵਾ ਕੁਝ ਚਿਰ, ਤੇ ਉਹ ਤੁਸੀਂ ਸੇਕਣਾ ਚਾਹੁੰਦੇ ਹੋ, ਪਰ ਆਪਾਂ ਨੂੰ ਇਹ ਗੱਲ ਚੰਗੀ ਨਹੀਂ ਲੱਗਦੀ। ਮੈਨੂੰ ਤੇ ਦਲਜੀਤ ਬਾਈ ਕਲਸੀ ਤੱਕ ਵੀ ਕਹਿਣਾ ਚਾਹੂੰਗਾ ਮੈਂ, ਹਰਪ੍ਰੀਤ ਸਿੰਘ, ਦੂਜਾ ਗੁਰਪ੍ਰੀਤ ਹਰੀਨਾਓ ਤੱਕ, ਗੁਰਮੀਤ ਸਿੰਘ ਤੱਕ,
ਸਾਰਿਆਂ ਨੂੰ ਇੱਕੋ ਗੱਲ ਕਹਿਣੀ ਚਾਹੁੰਦਾ ਵੀ ਬਾਈ ਇੱਥੇ ਕਿਸੇ ਨੂੰ ਜਿਹੜਾ ਵਾ ਨਾ ਉਹ ਹੁਣ ਮਤਲਬ ਵੀ ਇਦਾਂ ਦੀ ਕੋਈ ਗੱਲ ਨਾ ਰੱਖੋ ਵੀ ਕੋਈ ਬੰਦਾ ਕੱਲ ਤੱਕ ਸਾਨੂੰ ਭੰਡਦਾ ਹੋਵੇ ਤੇ ਅੱਜ ਜਿਹੜਾ ਵਾ ਮਤਲਬ ਵੀ ਜਿਹੜਾ ਇਹ ਕਰਦੇ ਤੁਸੀਂ ਅੱਜ ਨੰਬਰ ਬਣਾਉਣਾ ਜੋ ਤੁਹਾਡੀ ਪਹਿਲਾਂ ਸੋਚ ਹੀ ਉਹੀ ਅੱਜ ਵੀ ਰੱਖੋ। ਸੋ ਬੇਨਤੀ ਆ ਕਿ ਤੁਹਾਡੇ ਪ੍ਰਬੰਧ ਦੀ ਸਾਨੂੰ ਲੋੜ ਨਹੀਂ ਹੈਗੀ। ਇਹ ਸਾਨੂੰ ਵੀ ਪਤਾ ਵਾ ਕਿੰਨੀਆਂ ਦੁਨੀਆਂ ਆਉਣੀਆਂ। ਤੇ ਲੋਕ ਜਿੰਨਾ ਉਹਨੂੰ ਪਿਆਰ ਕਰਦੇ ਸੀ ਨਾ ਇਹ ਸਭ ਕੁਝ ਕਰ ਲੈਣਗੇ। ਪਹਿਲਾਂ ਵੀ ਕਿਤੇ ਤੁਸੀਂ ਘਰੋਂ ਨਹੀਂ ਗਾ ਲਾਉਣਾ, ਤੁਸੀਂ ਸੰਗਤ ਦਾ ਹੀ ਲਾਉਣਾ ਵਾ। ਤੁਹਾਡੇ ਅੱਗੇ ਹੱਥ ਅੱਗੇ ਬੇਨਤੀ ਆ ਕਿ ਤੁਸੀਂ ਜਾ ਕੇ ਤੇ ਆਪਣਾ ਉਹਨਾਂ ਲੋਕਾਂ ਦੀ ਮਦਦ ਕਰੋ ਜਿਨ੍ਹਾਂ ਲੋਕਾਂ ਦੀ ਮਦਦ ਕਰਨ ਲਈ ਤੁਹਾਨੂੰ ਮੈਨੂਫੈਕਚਰ ਕੀਤਾ ਗਿਆ ਜਾਂ ਤੁਸੀਂ ਖੁਦ ਨੂੰ ਮੈਨੂਫੈਕਚਰ ਕੀਤਾ ਵਾ ਆਪਣੇ ਆਪ ਨੂੰ ਜੋ ਗੱਲਾਂ ਕਹਿ ਕੇ। ਲੋੜ ਨਹੀਂ ਹੈਗੀ ਯਾਰ ਤੁਹਾਡੀ ਹੁਣ, ਬਿਲਕੁਲ ਨਹੀਂ ਹੈਗੀ। ਤੁਸੀਂ ਸਿਰਫ ਨੰਬਰਾਂ ਨੂੰ ਪੈਣਾ ਹੁੰਦਾ ਵਾ। ਜਿੱਥੇ ਤੁਹਾਨੂੰ 4 ਵਿਊ ਆਉਣੇ ਆ, ਜਿੱਥੇ ਤੁਹਾਡੀ 4 ਬੰਨੇ ਵਾਹ ਹੋਣੀ ਹੈ, ਤੁਸੀਂ ਉੱਥੇ ਕੰਮ ਕਰਨਾ। ਜਿੱਥੇ ਵਾਹ ਨਹੀਂ ਹੋਣੀ ਹੁੰਦੀ ਨਾ, ਤੁਸੀਂ ਉੱਥੇ ਇਨਸਲਟ ਕਰਕੇ ਕੱਢਦੇ ਹੋ ਪਰਿਵਾਰਾਂ ਨੂੰ। ਸ਼੍ਰੋਮਣੀ ਕਮੇਟੀ ਵਾਲਿਆਂ ਦੇ ਗੁਰੂ ਘਰ ਦੇ ਵਿੱਚੋਂ ਮੈਂ ਕੱਲ ਵੀ ਬੋਲਿਆ ਸੀ ਸਟੇਜ ਦੇ ਉੱਤੇ, ਗੁਰੂ ਘਰ ਦੀ ਉੱਤੇ ਵੀ ਸ਼੍ਰੋਮਣੀ ਕਮੇਟੀ ਦੇ ਗੁਰਦੁਆਰੇ ਦੇ ਵਿੱਚੋਂ ਭਾਈ ਅਵਤਾਰ ਸਿੰਘ ਬਰਮਾ ਦੇ ਭਰਾ ਨੂੰ ਇਲਾਜ ਦੇ ਪੈਸੇ ਨਾ ਹੋਣ ਕਰਕੇ ਕੱਢ ਦਿੱਤਾ। ਭਾਈ ਅਮਰੀਕ ਸਿੰਘ ਕੌਲੀ ਦੀ ਮਾਂ ਨੂੰ ਖਾਲਸਾ ਐਡ ਵਾਲਿਆਂ ਨੇ ਦਫ਼ਤਰ ਦੇ ਵਿੱਚੋਂ ਭਜਾਤਾ ਸੀ। ਇਹ ਕਹਿੰਦੇ ਸੀ ਜਿਹਦਾ ਅਸੀਂ ਐਕਸੀਡੈਂਟ ਹੁੰਦਾ ਉਹਦਾ ਇਲਾਜ ਕਰਾਉਂਦੇ, ਅਸੀਂ ਹੋਰ ਤਾਂ ਕਿਸੇ ਦਾ ਇਲਾਜ ਨਹੀਂ ਕਰਾਉਂਦੇ। ਹੁਣ ਤੁਹਾਡਾ ਕਰਕੇ ਪਹਿਲਾਂ, ਤੁਹਾਡੇ ਇਲਾਜ ਕਰਵਾਉਣ ਦਾ ਕਰਕੇ ਪਹਿਲਾਂ ਕੋਈ ਐਕਸੀਡੈਂਟ ਕਰਾਵੇ ਆਪਣਾ। ਸੋ ਹੱਥ ਬੰਨ੍ਹ ਕੇ ਹੀ ਬੇਨਤੀ ਹੈ ਤੁਹਾਡੇ ਅੱਗੇ, ਹੱਥ ਬੰਨ੍ਹ ਕੇ ਬੇਨਤੀ ਹੈ ਤੁਹਾਡੇ ਅੱਗੇ ਕਿ ਇਹ ਨੰਬਰਾਂ ਦੀ ਦੌੜ ਦੇ ਵਿੱਚੋਂ ਬਾਹਰ ਆ ਜਾਓ। ਪੰਜਾਬ ਲਈ ਤੁਸੀਂ ਦੋਵਾਂ ਨੇ ਕੁਝ ਨਹੀਂ ਕੁਝ ਕਰਨਾ, ਨਾ ਖਾਲਸਾ ਐਡ ਕਰਨਾ ਨਾ ਸ਼੍ਰੋਮਣੀ ਕਮੇਟੀ ਕਰਨਾ। ਲੋੜ ਨਹੀਂ ਹੈਗੀ ਇੱਥੇ ਤੁਹਾਨੂੰ, ਰੀਅਲੀ ਸੱਚੀ ਲੋੜ ਨਹੀਂ ਹੈਗੀ ਯਾਰ ਤੁਹਾਡੀ ਇੱਥੇ। ਉਹਨਾਂ ਲੋਕਾਂ ਦੀ ਤੇ ਬਿਲਕੁਲ ਨਹੀਂ ਹੈਗੀ ਜਿਹੜੇ ਲੋਕ ਦੀਪ ਦੇ ਖਿਲਾਫ ਭੁਗਤਦੇ ਰਹੇ ਆ ਤੇ ਜਿਨ੍ਹਾਂ ਦਾ ਕੁਝ ਲੱਗਦਾ ਸੀ ਉਹ ਪੰਜਾਬ ਦੇ ਵਿੱਚ ਬਹੁਤ ਹਜ਼ਾਰਾਂ ਲੱਖਾਂ ਹੀ ਬੈਠੇ ਆ ਜਿਹੜੇ ਉਹਦੇ ਬਾਰੇ ਕਰ ਲੈਣਗੇ ਸਾਰਾ ਕੁਝ। ਤੁਹਾਡੇ ਅੱਗੇ ਹੱਥ ਬੰਨ੍ਹ ਕੇ ਬੇਨਤੀ ਆ, ਜਿਨ੍ਹਾਂ ਪਰਿਵਾਰਾਂ ਨੂੰ ਜਲੀਲ ਕਰ ਕਰਕੇ ਆਪਣੇ ਦਫ਼ਤਰਾਂ ਦੇ ਵਿੱਚੋਂ, ਆਪਣੇ ਹਸਪਤਾਲਾਂ ਦੇ ਵਿੱਚੋਂ ਕੱਢਦੇ ਹੋ ਨਾ, ਉਹਨਾਂ ਦਾ ਗੌਰ ਕਰੋ। ਇੱਥੇ ਤੁਸੀਂ ਸਿਰਫ ਨੰਬਰ ਬਣਾਉਣ ਦੀ ਗੱਲਬਾਤ ਦੌੜ ਦੇ ਵਿੱਚ ਹੋ, ਨਾ ਕਿ ਤੁਹਾਡੇ ਦਿਲ ਦੇ ਵਿੱਚ ਕੋਈ ਇਦਾਂ ਦਾ ਜਜ਼ਬਾ ਹੈਗਾ ਵਾ ਵੀ ਜਿਹੜਾ ਤੁਸੀਂ ਉਹਦੇ ਤੱਕ ਪਹੁੰਚਾਉਣਾ। ਸੋ ਬਾਕੀ ਜਿਹੜੇ ਮੇਰੇ ਵੀਰ ਲੱਗੇ ਆ ਵੀਰੇ ਆਪਣਾ ਰੀਨਾ ਬਾਰੇ ਗੱਲਬਾਤ ਕਰਨ ਜਾਂ ਦੂਜੇ ਬਾਰੇ, ਤਾਂ ਬਾਈ ਜੀ ਮੈਂ ਤੁਹਾਨੂੰ ਆਪਣੀ ਸੋਚ ਇੰਨੀ ਕੁ ਦੱਸਦਾ ਵਾਂ ਵੀ ਵੇਖੋ, ਪਹਿਲੀ ਤੇ ਗੱਲ ਆ ਵੀ ਨਾ ਤਾਂ ਮੈਂ ਇੰਨਾ ਪੜ੍ਹਿਆ ਲਿਖਿਆ ਵਾ, ਨਾ ਮੈਂ ਅਮਰੀਕਾ ਦੇ ਕਿਸੇ ਰੂਲ ਦਾ ਕੋਈ ਪਤਾ ਹੈਗਾ ਆਪਾਂ ਨੂੰ। ਉਹਦੇ ਬਾਰੇ ਜਿਹੜੇ ਵੀਰ ਕੰਮ ਕਰਨ ਲੱਗੇ ਆ ਉਹ ਉਹਨਾਂ ਦੀ ਜ਼ਿੰਮੇਵਾਰੀ ਆ। ਜੇ ਕੋਈ ਅਪਡੇਟ ਸਾਡੇ ਕੋਲ ਹੋਏਗੀ ਤੇ ਆਪਾਂ ਜ਼ਰੂਰ ਤੁਹਾਡੇ ਤੱਕ ਵੀਰ ਮੇਰੇ ਪਹੁੰਚਾ ਦਾਂਗੇ। ਪਰ ਮੈਂ ਤੁਹਾਨੂੰ ਇੰਨੀ ਗੱਲ ਦੱਸਦਾ ਵਾਂ ਵੀ ਇਹ ਕਤਲ ਵਾ, ਇਹ 100% ਸ਼ੋਰ ਆ। ਪਰ ਇਹ ਗੱਲਬਾਤ ਹੈਗੀ ਆ ਵੀ ਜੇ ਤੁਹਾਨੂੰ ਅੱਜ ਤੱਕ ਖਾਲੜੇ ਤੋਂ ਲੈ ਕੇ, ਭਾਈ ਖਾਲੜਾ ਜੀ ਤੋਂ ਲੈ ਕੇ ਅੱਜ ਤੱਕ ਜੇ ਤੁਹਾਨੂੰ ਕੋਈ ਇਨਸਾਫ ਨਹੀਂ ਮਿਲਿਆ ਤੇ ਫਿਰ ਬਾਬਾ ਜੀ ਇੱਥੋਂ ਕਿੱਦਾਂ ਇਨਸਾਫ ਦੀ ਉਮੀਦ ਰੱਖ ਸਕਦੇ ਹੋ ਤੁਸੀਂ। ਸੋ ਵੀਰ ਮੇਰੇ ਇਹੋ ਗੱਲ ਆ ਵੀ ਆਪਾਂ ਜੇ ਕੋਸ਼ਿਸ਼ ਕਰੀਏ ਵੀ ਆਪਾਂ ਜਿਹੜੀਆਂ ਕੁਝ ਉਹਦੀਆਂ ਜਿਹੜੀਆਂ ਗੱਲਾਂ ਕੀਤੀਆਂ ਸੀ ਉਹਨਾਂ ਨੂੰ ਹੀ ਸਾਂਭ ਕੇ ਰੱਖ ਛੱਡੀਏ ਤੇ ਉਹਨਾਂ ਗੱਲਾਂ ਨੂੰ ਆਪਾਂ ਇੱਕ ਇਦਾਂ ਦਾ ਤਰੀਕੇ ਦੇ ਹਿਸਾਬ ਦੇ ਨਾਲ ਚਲਾਇਆ ਕਰੀਏ ਵੀ ਜਿਹੜਾ ਯੂਥ ਦੇ ਵਿੱਚ ਹੌਲੀ ਹੌਲੀ ਜਿਹੜੀ ਆ ਉਹਦੀ ਆਵਾਜ਼ ਜਿਹੜੀ ਆ ਉਹ ਪਹੁੰਚਦੀ ਰਹੇ। ਸੋ ਮੇਰੀ ਬੇਨਤੀ ਆ ਵੀਰ ਮੇਰਿਓ ਕਿ ਇਸ ਬਾਰੇ ਜਿਹੜੀ ਰੀਨਾ ਦੀ ਗੱਲਬਾਤ ਕਰਦੇ ਹੋ, ਤੁਸੀਂ ਕੁਝ ਵੀ ਕਰਦੇ ਹੋ, ਤਾਂ ਉਹਦੇ ਬਾਰੇ ਮੇਰੇ ਕੋਲੋਂ ਕੋਈ ਵੀ ਸਟੀਕ ਜਾਣਕਾਰੀ ਨਹੀਂ ਹੈਗੀ ਫਿਲਹਾਲ ਅਜੇ। ਜਦੋਂ ਮੇਰੇ ਕੋਲੋਂ ਕੋਈ ਗੱਲਬਾਤ ਆ ਗਈ ਸਭ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਹੀ ਸਾਰਿਆਂ ਨਾਲ ਸ਼ੇਅਰ ਕਰੂੰਗਾ। ਤੇ ਉਹਦੇ ਬਾਰੇ ਜੋ ਕੁਝ ਵੀ ਆ ਉਹ ਸਾਡੇ ਜਿਹੜੇ ਪੜ੍ਹੇ ਲਿਖੇ ਬੰਦੇ ਆ ਜਾਂ ਸੂਝਵਾਨ ਬੰਦੇ ਆ ਸਾਰਾ ਕੁਝ ਲੱਗੇ ਆ ਕਰਨ ਅੰਦਰ ਖਾਤੇ। ਪਰ ਤੁਸੀਂ ਮੇਰੇ ਵੀਰ ਇੰਨੀ ਗੱਲਬਾਤ ਆ ਵੀ ਬਾਈ ਜੀ ਉਹਦੇ ਬਾਰੇ ਅਜੇ ਕੋਈ ਵੀ ਸਟੀਕ ਜਾਣਕਾਰੀ ਕਿਸੇ ਦੇ ਕੋਲ ਨਹੀਂ ਹੈਗੀ ਬਾਬੇ। ਸੋ ਪਹਿਲੀ ਤੇ ਗੱਲ ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਇਸ ਗੱਲ ਨੂੰ ਤੁਸੀਂ ਕਿੱਦਾਂ ਹਜਮ ਕਰਨਾ ਵਾ ਇਹ ਤੁਹਾਡੀ ਹੁਣ ਸਮਰੱਥਾ ਦੀ ਆ। ਪਰ ਗੱਲਬਾਤ ਇਹ ਗੱਲ ਆ ਵੀ ਦੀਪ ਦਾ ਕਤਲ ਆ, ਇਹ ਗੱਲ ਦੀ 100% ਗਰੰਟੀ ਆ ਤੇ ਉਹਦਾ ਇਨਸਾਫ ਨਹੀਂ ਮਿਲਣਾ ਤੇ ਇਸ ਗੱਲ ਦੀ ਵੀ 100% ਗਰੰਟੀ ਆ। ਉਹ ਆਪਾਂ ਓਨੀ ਕੀ ਇਨਸਾਫ ਦੀ ਉਮੀਦ ਰੱਖੀਏ ਜਿੰਨੀ ਕੁ ਆਪਾਂ ਨੂੰ ਪਹਿਲਾਂ ਰਹੀ ਆ, ਇਨਸਾਫ ਦੀ ਪਹਿਲੀਆਂ ਤੋਂ ਜਾਂ ਮਿਲੇ ਆ ਜਾਂ ਉਮੀਦ ਰਹੀ ਆ।
ਸੋ ਆਪਣੇ ਕੋਲ ਅੱਜ ਤੱਕ ਜਿੰਨੇ ਵੀ ਸਾਡੇ ਸਿੱਖ ਯੋਧੇ ਜਾਂ ਬਾਕੀ ਸਾਡੇ ਨਿਰਦੋਸ਼ ਭਰਾ ਜਿਹੜੇ ਗਏ ਆ, ਜੇ ਉਹਨਾਂ ਦਾ ਇਨਸਾਫ ਅੱਜ ਤੱਕ ਮਿਲ ਗਿਆ ਤਾਂ ਫਿਰ ਤੁਸੀਂ ਦੱਸ ਦਿਓ। ਇਨਸਾਫ ਦੀ ਉਮੀਦ ਨਾ ਰੱਖੋ ਬਾਈ ਜੀ ਕਿਤੇ ਵੀ, ਕੁਛ ਵੀ ਹੋ ਜਾਓ, ਭਾਵੇਂ ਇਹਦੇ ਵਿੱਚ ਕੋਈ ਵੀ ਬੰਦਾ ਸਾਹਮਣੇ ਆਣ ਕੇ ਵੀ ਇੰਨੀ ਗੱਲ ਕਹਿ ਦੇ ਕਿ ਹਾਂ ਮੈਂ ਦੀਪ ਦਾ ਕਤਲ ਕੀਤਾ ਵਾ, ਮੈਂ ਤੁਹਾਨੂੰ ਇੰਨੀ ਗੱਲ ਕਹਿ ਦਿੰਦਾ ਵੀ ਆਪਾਂ ਨੂੰ ਫਿਰ ਵੀ ਇਨਸਾਫ ਨਹੀਂ ਮਿਲਣਾ। ਸੋ ਬੇਨਤੀ ਮੇਰੇ ਵੀਰਾਂ ਅੱਗੇ ਇਹੋ ਹੀ ਆ ਵੀ ਜਦੋਂ ਵੀ ਕੋਈ ਅਪਡੇਟ ਆਊਗੀ ਆਪਾਂ ਉਦਣ ਹੀ ਤੁਹਾਡੇ ਤੱਕ ਪਹੁੰਚਾ ਦਾਂਗੇ। ਬਾਕੀ ਇਹ ਗੱਲ ਦਾ ਤੁਹਾਨੂੰ ਵੀ ਕਨਫਰਮ ਆ, ਸਾਨੂੰ ਵੀ ਕਨਫਰਮ ਆ ਵੀ ਦੀਪ ਦਾ ਕਤਲ ਹੋਇਆ ਵਾ, ਦੀਪ ਦਾ ਐਕਸੀਡੈਂਟ ਨਹੀਂ ਹੋਇਆ। ਇੱਥੇ ਵੀ ਜਿਹੜੀਆਂ ਫੋਟੋਆਂ ਵਿਖਾਲੀਆਂ ਵਾ, ਕੁਝ ਐਕਸਪਰਟ ਬੰਦੇ ਹੈਗੇ ਆ ਜਿਨ੍ਹਾਂ ਨੂੰ ਮਤਲਬ ਵੀ ਗੱਡੀਆਂ ਦੇ ਬਾਰੇ ਬਹੁਤ ਜ਼ਿਆਦਾ ਨੌਲੇਜ ਵਾ, ਉਹਨਾਂ ਨੂੰ ਵੀ ਵਿਖਾਲੀਆਂ ਵਾ ਫੋਟੋਆਂ। ਉਹਨਾਂ ਨੇ ਵੀ ਇੱਕੋ ਗੱਲ ਕਹੀ ਹੈ ਕਿ ਇਹ ਬੰਦੇ ਦੇ ਜਿੱਦਾਂ ਜਿਸ ਹਿਸਾਬ ਦਾ ਐਕਸੀਡੈਂਟ ਆ, ਇਹਦੇ ਵਿੱਚ ਬੰਦਾ ਕਦੀ ਵੀ ਗੱਡੀ ਵੱਢਿਓ ਬਗੈਰ ਜਿਹੜਾ ਬਾਹਰ ਨਹੀਂ ਨਿਕਲ ਸਕਦਾ। ਪਰ ਉੱਥੇ ਨਾ ਕਿਤੇ ਕੋਈ ਗੱਡੀ ਵੱਢੀ ਗਈ ਆ, ਨਾ ਕੋਈ ਵੀਡੀਓ ਆ, ਨਾ ਕੋਈ ਫੋਟੋ ਆ, ਇਹਦਾ ਸਭ ਕੁਝ ਤੁਹਾਡੇ ਸਾਹਮਣੇ ਕਲੀਅਰ ਹੀ ਯਾਰ। ਸੋ ਮੇਰੇ ਵੀਡੀਓ, ਇਨਸਾਫ ਦੀ ਉਮੀਦ ਤਾਂ ਤੁਸੀਂ ਛੱਡ ਦਿਓ। ਹਾਂ, ਜਿਹੜੀ ਕੋਈ ਗੱਲਬਾਤ ਕਰਨੀ ਅਗਲੇ ਬੰਨੇ ਕਰਨਾ, ਹੁਣ ਆਪਣੇ ਆਪ ਨੂੰ ਥੋੜਾ ਜਿਹਾ ਇਸ ਤਰੀਕੇ ਦੇ ਨਾਲ ਮਤਲਬ ਵੀ ਲੈ ਕੇ ਚੱਲੋ ਕਿ ਤੁਸੀਂ ਥੋੜਾ ਜਿਹਾ ਪੰਜਾਬ ਬਾਰੇ ਜਾਂ ਆਪਣੇ ਯੂਥ ਬਾਰੇ ਸੋਚ ਸਕੋ। ਸੋ ਇੰਨੀਆਂ ਕੁ ਬੇਨਤੀਆਂ ਕਰਨੀਆਂ ਬਾਬਿਓ। ਬਾਕੀ ਜਿਹੜੀ ਗੱਲਬਾਤ ਆ ਉਹ ਸਾਰੀ ਆਪਾਂ ਭੋਗ ਤੋਂ ਬਾਅਦ ਸ਼ੁਰੂ ਕਰਾਂਗੇ। ਜਿਹੜਾ ਵੀ ਕੋਈ ਕੰਮ ਕਰਨਾ ਵਾ ਉਹਦੇ ਨਾਲ ਹੀ ਤੁਹਾਨੂੰ ਸਾਰੀ ਜਿਹੜੀ ਡਿਟੇਲ ਆ ਉਹ ਬਾਬਿਓ ਦਿੱਤੀ ਜਾਊਗੀ। ਕੁਛ ਵੀ ਨਿਕਲੂਗਾ, ਕੁਛ ਵੀ 1% ਵੀ ਜੇ ਕੋਈ ਗੱਲਬਾਤ ਦਾ ਪਤਾ ਲੱਗਦਾ ਵਾ ਤਾਂ ਆਪਾਂ ਜਿਹੜੀ ਉਹ ਸਾਰੀ ਡਿਟੇਲ ਤੁਹਾਡੇ ਤੱਕ ਰੱਖ ਦਾਂਗੇ। ਮੇਰੀ ਫਿਰ ਇੱਕ ਵਾਰੀ ਲਾਸਟ ਦੇ ਵਿੱਚ ਬੇਨਤੀ ਇਹੋ ਹੀ ਆ ਕਿ ਖਾਲਸਾ ਏਡ ਵਾਲਿਆਂ ਨੂੰ, ਸ਼੍ਰੋਮਣੀ ਕਮੇਟੀ ਵਾਲਿਆਂ ਨੂੰ, ਉੱਥੇ ਤੁਹਾਡੇ ਲੰਗਰ ਦੀ ਲੋੜ ਨਹੀਂ ਹੈਗੀ, ਉੱਥੇ ਤੁਹਾਡੀ ਕਿਸੇ ਵੀ ਸਹਾਇਤਾ ਦੀ ਲੋੜ ਨਹੀਂ ਹੈਗੀ। ਤੇ ਜਿਸ ਕੰਮ ਦਾ ਕਰਕੇ ਸਾਨੂੰ ਇਹ ਜਿਹੜਾ ਪ੍ਰੋਗਰਾਮ ਆ ਇਹ ਫਤਿਹਗੜ੍ਹ ਸਾਹਿਬ ਰੱਖਣਾ ਪਿਆ ਵਾ, ਉਹ ਵੀ ਤੁਹਾਡੇ ਅੱਗੇ ਜਨਤਕ ਕਰ ਦਾਂਗੇ। ਪਰ ਅਜੇ ਮੈਂ ਇੰਨੀ ਗੱਲ ਕਹਿਣੀ ਚਾਹੁੰਦਾ ਵਾਂ ਵੀ ਆਪਾਂ ਅਜੇ ਨਹੀਂ ਕਰ ਸਕਦੇ ਤੁਹਾਡੇ ਸਾਹਮਣੇ ਵੀ ਇਹ ਪ੍ਰੋਗਰਾਮ ਉੱਥੇ ਕੋ ਰੱਖਣਾ ਪਿਆ। ਪ੍ਰੋਗਰਾਮ ਸਾਡਾ ਹੋਰ ਕਿਸੇ ਬੰਨੇ ਰੱਖਣ ਦਾ ਵਿਚਾਰ ਸੀ, ਪਰ ਉੱਥੋਂ ਬਾਅਦ ਦੇ ਵਿੱਚ ਸਾਡੀ ਕੋਈ ਏਡੀ ਵੱਡੀ ਪ੍ਰੋਬਲਮ ਬਣ ਗਈ ਕਿ ਅਸੀਂ ਤੁਹਾਡੇ ਨਾਲ ਸਾਂਝਾ ਨਹੀਂ ਅਜੇ ਕਰ ਸਕਦੇ। ਥੋੜਾ ਸਮਾਂ ਪੈ ਲੈਣ ਦਿਓ, ਤੁਹਾਨੂੰ ਸਾਰੀ ਗੱਲਬਾਤ ਦੱਸਾਂਗੇ ਵੀ ਪ੍ਰੋਗਰਾਮ ਉੱਥੇ ਕਿਉਂ ਰੱਖਣਾ ਪਿਆ, ਵਜ੍ਹਾ ਕੀ ਸੀ। ਦੂਜੀ ਗੱਲਬਾਤ ਇਹ ਆ ਕਿ ਜੋ ਕੁਝ ਵੀ ਉਹਦਾ ਦੀਪ ਦਾ ਬਣੂਗਾ ਜਾਂ ਸਾਂਭਿਆ ਜਾਊਗਾ ਜਾਂ ਕਿੱਥੇ ਰੱਖਿਆ ਜਾਊਗਾ, ਉਹ ਸਾਰਾ ਕੁਝ ਅਸੀਂ ਵੀ ਤੁਹਾਡੇ ਸਾਹਮਣੇ ਨਾਲ ਤੁਹਾਡੇ ਸ਼ੇਅਰ ਕਰਦੇ ਰਹਿਣਾ ਵਾ। ਪਰ ਮੇਰੀ ਇੱਕ ਬੇਨਤੀ ਹੈ ਸਾਰੇ ਵੀਰਾਂ ਦੇ ਅੱਗੇ, ਇਹਨਾਂ ਲੀਡਰਾਂ ਦੇ, ਇਹਨਾਂ ਸੰਸਥਾਵਾਂ ਦੇ ਜਾਲ ਦੇ ਵਿੱਚੋਂ ਨਿਕਲੋ। ਜੇ ਪੰਜਾਬ ਲਈ ਕੁਝ ਕਰਨਾ ਵਾ, ਆਪਣੇ ਲੋਕਾਂ ਲਈ ਕੁਝ ਕਰਨਾ ਵਾ, ਤੇ ਖੁਦ ਅੱਗੇ ਆਓ ਤੇ ਖੁਦ ਅੱਗੇ ਕਰੋ। ਬੜਾ ਚਿਰ ਹੋ ਗਿਆ, ਸਾਲ ਡੇਢ ਸਾਲ ਹੋ ਗਿਆ ਤੁਹਾਡੇ ਅੱਗੇ ਇਹੋ ਚੀਜ਼ਾਂ ਰੋਂਦਿਆਂ ਨੂੰ, ਪਿੱਟਦਿਆਂ ਨੂੰ ਵੀ ਜਿੰਨੇ ਵੀਰ ਮੇਰੇ ਬਾਹਰ ਬੈਠੇ ਉਹ ਤੁਹਾਡੇ ਅੰਦਰ ਪੰਜਾਬ ਦੇ ਲਈ ਦੁੱਖ ਵਾ, ਦਰਦ ਵਾ, ਆਪ ਅੱਗੇ ਆਣ ਕੇ ਗੱਲਬਾਤ ਕਰੋ। ਸੋ ਫਿਰ ਬੇਨਤੀ ਕਰਦੇ ਹਾਂ ਵੀ ਜਿਨ੍ਹਾਂ ਲਈ ਜਿਹੜੇ ਕਾਰਜਾਂ ਲਈ ਤੁਸੀਂ ਖੁਦ ਨੂੰ ਸਥਾਪਿਤ ਕੀਤਾ ਵਾ ਨਾ, ਉਹ ਕਾਰਜ ਕਰੋ। ਇਦਾਂ ਦੇ ਕਾਰਜ ਜਿਹੜੇ ਆ ਨਾ, ਉਹ ਕੌਮ ਦੇ ਕਾਰਜ ਜਿਹੜੇ ਸੰਗਤ ਕਰ ਲੈਂਦੀ ਆ ਆਪਣੀ। ਨੰਬਰਾਂ ਦੀ ਦੌੜ ਦੇ ਵਿੱਚ ਹਰ ਥਾਂ ਨਾ ਭੱਜਣਾ ਸਹੀ ਨਹੀਂ ਹੁੰਦਾ। ਸੋ ਬੇਨਤੀ ਹੈ ਫਿਰ ਇੱਕ ਵਾਰੀ ਕਬੂਲ ਕਰਿਓ ਮੇਰੇ ਵੀਰ। ਮੈਂ ਦਲਜੀਤ ਕਲਸੀ ਨੂੰ, ਹਰਪ੍ਰੀਤ ਸਿੰਘ, ਗੁਰਪ੍ਰੀਤ ਸਿੰਘ ਹਰੀਨਾਓ ਹੋਣਾ ਨੂੰ, ਗੁਰਮੀਤ ਵੀਰ ਨੂੰ, ਬਾਬੇ ਬਖਸ਼ੀਸ ਨੂੰ, ਹੋਰ ਜਿਹੜੇ ਬੰਦੇ ਉੱਥੇ ਲੱਗੇ ਆ ਅੱਗੇ ਕਰਕੇ ਜਿਹੜਾ ਨੇ ਪ੍ਰਬੰਧ ਕਰਨੇ ਆ, ਉਹਨਾਂ ਦੇ ਅੱਗੇ ਦੋਵੇਂ ਹੱਥ ਜੋੜ ਕੇ ਬੇਨਤੀ ਆ ਕਿ ਇਦਾਂ ਦੇ ਬੰਦਿਆਂ ਨੂੰ ਸਿੱਧਾ ਕੋਰਾ ਜਵਾਬ ਦੇ ਦਿਓ ਵੀ ਸਾਨੂੰ ਲੋੜ ਨਹੀਂ ਹੈਗੀ ਕਿਸੇ ਲੰਗਰ ਦੀ ਵੀ, ਸਾਨੂੰ ਲੋੜ ਨਹੀਂ ਹੈਗੀ ਤੁਹਾਡੀ ਕਿਸੇ ਵੀ ਸਹਾਇਤਾ ਦੀ। ਤੇ ਖਾਸ ਕਰ ਤੁਹਾਨੂੰ ਇੱਕ ਇਹ ਵੀ ਬੇਨਤੀ ਹੈਗੀ ਵੀ ਸਟੇਜ ਦੇ ਉੱਤੇ ਉਹ ਬੰਦੇ ਨੂੰ ਮਾਈਕ ਨਾ ਫੜਾਇਓ, ਨਹੀਂ ਤੇ ਫਿਰ ਕੱਲ ਨੂੰ ਬਾਅਦ ਤੁਹਾਨੂੰ ਤੁਹਾਡਾ ਵਿਰੋਧ ਕਰਨਾ ਪੈਣਾ। ਸੋ ਇੰਨੀਆਂ ਕੁ ਬੇਨਤੀਆਂ ਸੀ। ਫਿਰ ਕਰਦੇ ਹਾਂ ਗੱਲਬਾਤ ਆਪਾਂ ਬਾਈ ਦੇ ਭੋਗ ਤੋਂ ਬਾਅਦ। ਤੇ ਉਮੀਦ ਆ ਕਿ ਮੇਰੇ ਵੀਰ ਨੂੰ ਕਿਸੇ ਨੂੰ ਵੀ ਇਹ ਗੱਲ ਗਲਤ ਨਹੀਂ ਲੱਗੀ ਹੋਊਗੀ, ਕਿਉਂਕਿ ਇੱਥੇ ਗੱਲ ਸਿਰਫ ਜਦੋਂ ਨੰਬਰਾਂ ਦੀ ਦੌੜ ਆ ਜਾਂਦੀ ਹੈ ਨਾ, ਨੰਬਰਾਂ ਦੀ ਦੌੜ ਦੇ ਵਿੱਚ ਜਿਹੜਾ ਵਾ ਉਹ ਆਪਾਂ ਨਹੀਂ ਪੈਂਦੇ ਤੇ ਨਾ ਹੀ ਪੈਣ ਦੇਣਾ ਚਾਹੁੰਦੇ ਕਿਸੇ ਨੂੰ। ਸੋ ਵੀਰ ਆਪਣੇ ਕੁਛ ਨਹੀਂ ਕਾਫੀ ਵੀਰ ਇਸ ਬਾਰੇ ਲੱਗੇ ਆ ਇਕੱਠਾ ਕਰ, ਜੋ ਕੁਝ ਵੀ ਹੈਗਾ ਵਾ, ਜੋ ਕੁਝ ਵੀ ਸਾਹਮਣੇ ਆਊਗਾ ਉਹ ਤੁਹਾਡੇ ਸਾਹਮਣੇ ਲੈ ਦਾਂਗੇ। ਸੋ ਆਗਿਆ ਦਿਓ ਵੀਰੋ। ਤੇ ਆਪਾਂ ਹੁਣ ਘਰੇ ਹੀ ਆ 2-4 ਦਿਨ, ਤੇ ਫਿਰ ਮਿਲਦੇ ਆ ਆਪਾਂ ਛੇਤੀ
ਬਾਈ ਦੇ ਭੋਗ ਤੋਂ ਬਾਅਦ ਗੱਲਬਾਤ ਜਿਹੜੀ ਵੀ ਕੋਈ ਸਾਹਮਣੇ ਆਊਗੀ ਸਭ ਤੋਂ ਪਹਿਲਾਂ ਤੁਹਾਡੇ ਅੱਗੇ ਰੱਖੀ ਜਾਊਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ।